ਗੁਰਦੁਆਰਾ ਸਾਹਿਬ ਲੋਹਗੜ੍ਹ ਦੀਨਾ ਦੇ ਵਿੱਚ ਮੌਜੂਦ ਆ। ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ। जफरनामा पातशाही 10वीं कमाले करामत कायम करीम रजा बख्शो राज़िक रहा कुन रहीम आमा बख्शो बख्शिंदा हो दस्तगीर खता बख्शी रोजी दे हो दिल वजीर ਇਹ ਜਫਰਨਾਮਾ ਉਹ ਇਸ ਸਥਾਨ ਤੇ ਲਿਖਿਆ ਗਿਆ ਸੀ। ਪਰ ਗੱਲ ਹੈ ਵਾ ਸਾਡੀ ਜਿਹੜੀ ਸੰਗਤ ਹੈ, ਸਿੱਖ ਸੰਗਤ ਨੂੰ ਇਸ ਬਾਰੇ ਬਹੁਤ ਘੱਟ ਪਤਾ ਹੈ। ਜਫਰਨਾਮਾ ਜਿਸ ਨੂੰ ਕਿ ਫਤਿਹ ਦੀ ਚਿੱਠੀ ਕਿਹਾ ਜਾਂਦਾ, ਗੁਰਦੁਆਰਾ ਸਾਹਿਬ ਦੀਨਾ ਸਾਹਿਬ ਵਿਖੇ ਦੀਨਾ ਕਾਂਗੜ ਦੀ ਧਰਤੀ ਤੋਂ ਔਰੰਗਜ਼ੇਬ ਨੂੰ ਲਿਖਿਆ ਗਿਆ। ਇਹ ਫਰਮਾਨ ਦਿੱਤੇ ਨੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਜਗ੍ਹਾ, ਉਹ ਥਾਂ, ਉਹ ਧਰਤੀ ਪਵਿੱਤਰ ਹੋ ਜਾਂਦੀ ਜਿੱਥੇ ਗੁਰੂ ਪਾਤਸ਼ਾਹ ਜੀ ਦਾ ਵਾਸਾ ਹੋ ਜਾਂਦਾ। ਇਹ ਪਾਤਸ਼ਾਹ ਜੀ ਨੇ ਔਰੰਗਜ਼ੇਬ ਦੇ ਪਾਸ ਭੇਜਣੀ ਕੀਤੀ। ਇਸ ਸਥਾਨ ਤੋਂ ਹੀ ਉਹ ਜੋ ਦੋ ਪਿਆਰੇ ਸਨ ਉਹ ਚਿੱਠੀ ਲੈ ਕੇ ਔਰੰਗਜ਼ੇਬ ਦੇ ਪਾਸ ਗਏ ਤੇ ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸ ਨੂੰ ਆਪਣੇ ਦੁਆਰਾ ਕੀਤੇ ਹੋਏ ਕੁਕਰਮਾਂ ਦਾ ਜਾਂ ਜੋ ਜ਼ੁਲਮ ਢਾਇਆ ਗਿਆ ਉਹਨਾਂ ਦਾ ਅਹਿਸਾਸ ਹੋਇਆ ਤੇ ਉਹ ਉਸ ਚਿੱਠੀ ਨੂੰ ਪੜ੍ਹ ਕੇ ਉਸ ਦਿਨ ਤੋਂ ਬਿਮਾਰ ਰਹਿਣ ਲੱਗ ਗਿਆ। ਤੇ ਜਦੋਂ ਉਸ ਦੀ ਸਿਹਤ ਜ਼ਿਆਦਾ ਵਿਗੜ ਗਈ ਤਾਂ ਉਸਨੇ ਪਾਤਸ਼ਾਹ ਜੀ ਨੂੰ ਚਿੱਠੀ ਲਿਖੀ ਕਿ ਆਪ ਜੀ ਮੈਨੂੰ ਦਰਸ਼ਨ ਦਿਓ। ਇਹ ਤੁਸੀਂ ਗੱਲ ਕਹੀ ਵੀ ਜਫਰਨਾਮਾ ਪੜ੍ਹਨ ਤੋਂ ਬਾਅਦ ਜਿਹੜਾ ਆਪਣੇ ਆਪ ਨੂੰ ਦੁਨੀਆ ਦਾ ਬਾਦਸ਼ਾਹ ਸਮਝਦਾ ਸੀ, ਜਿਹੜਾ ਕਹਿੰਦਾ ਸੀਗਾ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਂ ਖਤਮ ਕਰ ਦੇਣਾ, ਉਹ ਇਹ ਗੱਲ ਕਹਿਣ ਲੱਗ ਗਿਆ ਵੀ ਮੈਂ ਤੁਹਾਡੇ ਦਰਸ਼ਨ ਕਰਨੇ। ਹਾਂਜੀ, ਤਰ੍ਹਾਂ ਔਰੰਗਜ਼ੇਬ ਨੂੰ, ਹਕੂਮਤ ਦੇ ਬਾਦਸ਼ਾਹ ਨੂੰ ਲਾਹਨਤਾਂ ਪਾਈਆਂ ਤੇ ਉਹਨਾਂ ਨੂੰ ਸੁਣ ਕੇ ਉਹ ਚਕਾਚੌਂਦ ਰਹਿ ਗਿਆ, ਭਾਵ ਕਿ ਹੈਰਾਨ ਹੋ ਗਿਆ ਵੀ ਮੇਰੇ ਤੋਂ ਐਡੀਆਂ ਵੱਡੀਆਂ ਗਲਤੀਆਂ ਹੋਈਆਂ ਹਕੂਮਤ ਦੇ ਨਸ਼ੇ ਵਿੱਚ। ਤੇ ਉਸ ਦਾ ਮਨ ਵਿੱਚ ਇਹ ਸੀ ਕਿ ਮੈਂ ਗੁਰੂ ਪਾਤਸ਼ਾਹ ਦੇ ਵੀ ਦਰਸ਼ਨ ਕਰਾਂ, ਇੱਕ ਵਾਰ ਵੀ ਉਹਨਾਂ ਦੇ ਦਰਸ਼ਨ ਕਰਾਂ। ਸਥਾਨ ਤੇ ਅੱਜ ਗੁਰਦੁਆਰਾ ਸਾਹਿਬ ਹੈ। ਇਸ ਅਸਥਾਨ ਤੇ ਉਸ ਸਮੇਂ ਭਾਈ ਦੇਸੂ ਤਰਖਾਨ ਦਾ ਚੁਬਾਰਾ ਹੁੰਦਾ ਸੀ। ਗੁਰੂ ਸਾਹਿਬ ਜੀ 3 ਮਹੀਨੇ ਤੇ 13 ਦਿਨ ਇਸ ਅਸਥਾਨ ਤੇ ਰਹੇ, ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਤੇ ਗੁਰੂ ਸਾਹਿਬ ਜੀ ਨੇ ਦੀਨਾ ਕਾਂਗੜ ਦਾ ਜ਼ਿਕਰ ਜਫਰਨਾਮਾ ਚਿੱਠੀ ਦੇ ਵਿੱਚ ਕੀਤਾ। ਪਾਤਸ਼ਾਹ ਜੀ ਨੇ ਜਫਰਨਾਮੇ ਦੇ 111 ਸ਼ੇਰ ਲਿਖੇ ਤੇ ਪਾਤਸ਼ਾਹ ਜੀ ਨੇ ਜਫਰਨਾਮੇ ਦੇ ਵਿੱਚ ਦੱਸਣਾ ਕੀਤਾ, ਔਰੰਗਜ਼ੇਬ ਨੂੰ ਕਿਹਾ ਕਿ ਤੂੰ ਈਮਾਨ ਦਾ ਵੀ ਪੱਕਾ ਨਹੀਂ। ਪਾਤਸ਼ਾਹ ਜੀ ਕਹਿੰਦੇ ਨਾ ਈਮਾ ਪ੍ਰਸਤੀ ਨਾ ਔਜ਼ਾਇਦੀ ਨਾ ਸਾਹਿਬ ਸਨਾਸੀ ਨਾ ਮੁਹੰਮਦ ਯਕੀਨ, ਵੀ ਤੇਰਾ ਯਕੀਨ ਮੁਹੰਮਦ ਸਾਹਿਬ ਤੇ ਵੀ ਨਹੀਂ, ਤੂੰ ਇੱਕ ਸੱਚਾ ਮੁਸਲਮਾਨ ਵੀ ਨਹੀਂ। ਕਿਉਂਕਿ ਜੇ ਸੱਚਾ ਮੁਸਲਮਾਨ ਹੁੰਦਾ ਤਾਂ ਕੁਰਾਨ ਦੀਆਂ ਸੌਹਾਂ ਖਾ ਕੇ, ਪਾਤਸ਼ਾਹ ਜੀ ਕਹਿੰਦੇ ਕਿ ਅਨੰਦਪੁਰ ਸਾਹਿਬ ਦਾ ਜਦੋਂ ਕਿਲ੍ਹਾ ਛੱਡਣਾ ਸੀ ਤਾਂ ਉਦੋਂ ਕੁਰਾਨ ਦੀਆਂ ਝੂਠੀਆਂ ਸੌਹਾਂ ਖਾਧੀਆਂ ਗਈਆਂ। हाँ 10 ਲੱਖ ਫੌਜ ਨੇ ਕਿਸ ਤਰ੍ਹਾਂ ਦੇ ਨਾਲ ਤੇਰੇ ਟਿੱਡੀ ਦਲ ਨੇ 40 ਜੋ ਸਿੱਖ ਸਨ ਜੋ ਥੱਕੇ ਟੁੱਟੇ ਸਨ, ਪਿੱਛੋਂ ਸਫ਼ਰ ਕਰਕੇ ਥੱਕੇ ਟੁੱਟੇ ਆ ਰਹੇ ਸਨ, ਉਹਨਾਂ ਉੱਪਰ ਉਹ 10 ਲੱਖ ਫੌਜ ਦਾ ਮੁਕਾਬਲਾ ਕਿਸ ਤਰ੍ਹਾਂ ਕਰ ਸਕਦੇ ਸੀ। ਉਸ ਪ੍ਰਮਾਤਮਾ ਦੇ ਭਾਣੇ ਦੇ ਅੰਦਰ ਰਹਿ ਕੇ ਉਹਨਾਂ ਨੇ ਯੁੱਧ ਕੀਤਾ ਅਤੇ ਦੁਸ਼ਮਣ ਨੂੰ ਹਰਾਇਆ, ਦੁਸ਼ਮਣ ਦੇ ਨਾਲ ਯੁੱਧ ਕੀਤਾ ਅਤੇ ਉਹਨਾਂ ਨੂੰ ਹਰਾਉਣਾ ਕੀਤਾ। ਭਾਵ ਕਿ ਉੱਥੇ ਜਦੋਂ ਆਪਾਂ ਗੱਲ ਕਰਦੇ ਹਾਂ 10 ਲੱਖ ਫੌਜ ਅੱਗੇ 40 ਦਾ ਖੜ ਜਾਣਾ ਹੀ ਬਹੁਤ ਵੱਡੀ ਗੱਲ ਹੈ। ਤੇ ਗੁਰੂ ਸਾਹਿਬ ਜੀ ਦੇ ਸਿੱਖਾਂ ਨੇ ਬਹਾਦਰੀ ਦੇ ਜੌਹਰ ਵਿਖਾਏ। 2 ਵੱਡੇ ਸਾਹਿਬਜ਼ਾਦੇ ਉੱਥੇ ਸ਼ਹੀਦ ਹੋਏ ਤੇ ਪਾਤਸ਼ਾਹ ਜੀ ਕਹਿੰਦੇ ਵੀ ਕੀ ਹੋਇਆ ਵੀ ਮੇਰੇ 4 ਸਾਹਿਬਜ਼ਾਦੇ ਔਰੰਗਜ਼ੇਬ ਤੂੰ ਸ਼ਹੀਦ ਕਰ ਦਿੱਤੇ, ਪਰ ਮੇਰਾ ਜੋ ਕੁੰਡਲੀਆ ਸੱਪ ਖਾਲਸਾ ਹੈ ਉਹ ਅਜੇ ਜਿਉਂਦਾ ਹੈ, ਉਹ ਤੇਰੀਆਂ ਜੜ੍ਹਾਂ ਦਾ ਨਾਸ਼ ਕਰ ਦੇਵੇਗਾ। ਕਿ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੇ ਕੋਲ ਕੁਝ ਵੀ ਨਹੀਂ ਰਿਹਾ, ਭਾਵੇਂ ਨਾ ਸਾਜੋਂ ਨਾ ਬਾਜੋਂ ਨਾ ਫੌਜੋਂ ਨਾ ਫਰਸ਼, ਖੁਦਾਵੰਦ ਬਖਸ਼ਿੰਦੇ ਐਸ਼ ਅਰਸ਼। ਪਰ ਉਹ ਖੁਦਾਵੰਦ ਪਾਤਸ਼ਾਹ ਜੀ ਦੇ ਮੈਂ ਅਰਸ਼ ਤੇ ਹਾਂ, ਭਾਵ ਕਿ ਉਸ ਦੀ ਰਜ਼ਾ ਦੇ ਵਿੱਚ ਹਾਂ। ਇਹ ਪਾਤਸ਼ਾਹ ਜੀ ਨੇ ਬਚਨ ਕੀਤੇ ਜਫਰਨਾਮੇ ਦੇ ਅੰਦਰ। ਜਫਰਨਾਮਾ ਜਿਹੜਾ ਉਹ ਫਾਰਸੀ ਭਾਸ਼ਾ ਦੇ ਵਿੱਚ, ਹਾਂਜੀ, ਜਫਰਨਾਮਾ ਜੋ ਅਰਬੀ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਗਿਆ। ਮੌਜੂਦਾ ਸਮੇਂ ਵਿੱਚ ਆਪਣੇ ਕੋਲ 111 ਸ਼ੇਰ ਜਫਰਨਾਮਾ ਦੇ ਮਿਲਦੇ ਨੇ ਤੇ 111 ਸ਼ੇਰਾਂ ਜੋ ਦਸਮ ਗ੍ਰੰਥ ਦੀ ਬਾਣੀ ਹੈ ਉਸ ਦੇ ਵਿੱਚ ਦਰਜ ਕੀਤੇ ਗਏ। ਫਾਰਸੀ ਦੇ ਲੇਖਕ ਨੇ ਉਹ ਵੀ ਜਦੋਂ ਪੜ੍ਹਦੇ ਨੇ ਉਹ ਵੀ ਕਹਿੰਦੇ ਆ ਵੀ ਜਿਸ ਹਿਸਾਬ ਦੀ ਲਿਖਾਵਟ ਹੈ ਮੁਕਾਬਲਾ ਨਹੀਂ ਹੋ ਸਕਦਾ ਇਸ ਦਾ। ਵੱਡੇ ਵੱਡੇ ਜਿਹੜੇ ਲੇਖਕ ਸੀ ਉਹ ਵੀ ਇਸ ਦਾ ਮੁਕਾਬਲਾ ਨਹੀਂ ਕਰ ਪਾਏ, ਫਾਰਸੀ ਦੇ ਲੇਖਕ। ਹਾਂਜੀ, ਕਿਉਂਕਿ ਪਾਤਸ਼ਾਹ ਜੀ ਨੇ ਜਿੱਥੇ ਤਲਵਾਰ ਦੀ ਤਾਕਤ ਨੂੰ ਵਰਤਿਆ ਉੱਥੇ ਗੁਰੂ ਪਾਤਸ਼ਾਹ ਜੀ ਨੇ ਕਲਮ ਦੀ ਤਾਕਤ ਨੂੰ ਵਰਤਿਆ। ਤੇ ਅੱਜ ਕੱਲ੍ਹ ਵੱਡੇ ਵੱਡੇ ਕਵੀ ਜਨ ਇਸ ਸਥਾਨ ਤੇ ਆ ਕੇ ਪਾਤਸ਼ਾਹ ਜੀ ਕੋਲ ਅਰਦਾਸ ਬੇਨਤੀਆਂ ਕਰਦੇ ਨੇ, ਕਲਮ ਦੀ ਤਾਕਤ
ਮੰਗਦੇ ਨੇ ਕਿ ਪਾਤਸ਼ਾਹ ਜੀ ਸਾਨੂੰ ਵੀ ਤੁਸੀਂ ਆਪਣੇ ਵਰਗੀ ਕਲਮ ਦੀ ਤਾਕਤ ਦਿਓ, ਤਾਂ ਜੋ ਅਸੀਂ ਵੀ ਸੱਚ ਨੂੰ ਬਿਆਨ ਕਰ ਸਕੀਏ, ਸੱਚ ਨੂੰ ਲਿਖ ਸਕੀਏ। शनासंदा ये इल्मो आलम अमीर आलम अमीर आलम अमीर। ਗੁਰੂ ਪਿਆਰੀ ਫਤਿਹ ਦੀ ਸਾਂਝ ਪਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਗੇ ਦੇ ਗੁਰਦੁਆਰਾ ਸਾਹਿਬ ਲੋਹਗੜ੍ਹ ਦੀਨਾ ਦੇ ਵਿੱਚ ਮੌਜੂਦ ਆ। ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ ਅਤੇ ਜਦੋਂ ਜਫਰਨਾਮਾ ਇਹ ਔਰੰਗਜ਼ੇਬ ਨੂੰ ਭੇਜਿਆ ਜਾਂਦਾ ਹੈ, ਔਰੰਗਜ਼ੇਬ ਇਸ ਨੂੰ ਜਦੋਂ ਪੜ੍ਹਦਾ ਹੈ ਤਾਂ ਪੜ੍ਹ ਕੇ ਉਸ ਨੂੰ ਆਪਣੀ ਹਾਰ ਦਾ ਪਤਾ ਲੱਗਦਾ, ਉਹ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰਦਾ। ਤਾਂ ਗੁਰੂ ਸਾਹਿਬ ਨੇ ਇਹ ਜ਼ਰੂਰ ਦੱਸ ਦਿੱਤਾ ਸੀ ਵੀ ਅਸਲ ਦੇ ਵਿੱਚ ਕਲਮ ਦੀ ਤਾਕਤ ਸ਼ਸਤਰਾਂ ਦੀ ਤਾਕਤ ਤੋਂ ਵੀ ਵੱਡੀ ਹੁੰਦੀ ਆ। ਤਾਂ ਜ਼ਰੂਰ ਜਦੋਂ ਉਸਨੇ ਜਫਰਨਾਮਾ ਪੜ੍ਹਿਆ ਉਸ ਦੇ ਵਿੱਚ ਗੁਰੂ ਸਾਹਿਬ ਨੇ ਸਭ ਕੁਝ ਦੱਸਿਆ ਸੀ ਵੀ ਔਰੰਗਜ਼ੇਬ ਨੇ ਅਸਲ ਦੇ ਵਿੱਚ ਕੀ ਕੀਤਾ। ਔਰੰਗਜ਼ੇਬ ਜ਼ਰੂਰ ਆਪਣੇ ਆਪ ਨੂੰ ਧਰਮੀ ਕਹਿੰਦਾ ਸੀ, ਜ਼ਰੂਰ ਉਸਨੇ ਧਰਮ ਨੂੰ ਬਹੁਤ ਆਪਣੇ ਹਿਸਾਬ ਨਾਲ ਤਾਂ ਬਹੁਤ ਉਸਨੇ ਧਰਮ ਨੂੰ ਫੋਲੋ ਕੀਤਾ ਸੀ, ਪਰ ਧਰਮ ਨੂੰ ਫੋਲੋ ਕਰਦਾ ਕਰਦਾ ਕਦੋਂ ਉਹ ਕੱਟਰਪੰਥੀ ਬਣ ਗਿਆ, ਕਦੋਂ ਉਹ ਕੱਟਰ ਬਣ ਗਿਆ ਅਤੇ ਦੂਜੇ ਧਰਮਾਂ ਦੇ ਲੋਕਾਂ 'ਤੇ ਤਸ਼ੱਦਦ ਢਾਉਣ ਲੱਗ ਗਿਆ। ਇਹ ਸਾਰਾ ਕੁਝ ਜਫਰਨਾਮੇ ਦੇ ਵਿੱਚ ਲਿਖਿਆ ਸੀ ਅਤੇ ਔਰੰਗਜ਼ੇਬ ਨੇ ਜਦੋਂ ਜਫਰਨਾਮਾ ਪੜ੍ਹਿਆ ਤਾਂ ਉਹ ਬਿਮਾਰ ਰਹਿਣ ਲੱਗ ਪਿਆ। ਉਹ ਤੋਂ ਕੁਛ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਤਾਂ ਇਹ ਉਹ ਇਤਿਹਾਸਕ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਜਫਰਨਾਮਾ ਲਿਖਿਆ ਸੀ। ਜਫਰਨਾਮਾ ਨੂੰ ਜੇ ਆਪਾਂ ਗੱਲ ਵੀ ਕਰਦੇ ਹਾਂ ਤਾਂ ਕਈ ਲੋਕ ਉਸ ਨੂੰ ਜਿੱਤ ਦੀ ਚਿੱਠੀ ਵੀ ਕਹਿ ਦਿੰਦੇ ਨੇ। ਤਾਂ ਉਸ ਦੇ ਵਿੱਚ ਚਮਕੌਰ ਸਾਹਿਬ ਦੀ ਲੜਾਈ ਦੇ ਬਾਰੇ ਵੀ ਲਿਖਿਆ ਹੋਇਆ ਸੀ। ਇਹ ਦੱਸਿਆ ਹੋਇਆ ਸੀਗਾ ਵੀ ਕਿੱਦਾਂ 40 ਸਿੰਘਾਂ ਨੂੰ ਇੰਨੇ ਮੁਗਲਾਂ ਨੇ ਜਿਹੜਾ ਇੰਨੇ ਹੀ ਜਿਹੜੀ ਫੌਜ ਨੇ ਉਹ ਘੇਰਾ ਪਾ ਲਿਆ ਸੀ ਅਤੇ ਕਿਸ ਹਿਸਾਬ ਨਾਲ ਉਹਨਾਂ ਦਾ ਜਿਹੜਾ ਸਾਹਮਣਾ ਉਹ ਕੀਤਾ ਸੀਗਾ। ਅਤੇ ਇਹ ਵੀ ਗੱਲ ਕਹੀ ਸੀ ਵੀ ਤਾਂ ਕੀ ਹੋ ਗਿਆ ਜੇ ਮੇਰੇ 4 ਤੂੰ ਸ਼ਹੀਦ ਕਰ ਦਿੱਤੇ, ਹਜੇ ਸਿੱਖ ਪੰਥ ਪੂਰਾ ਉਹ ਜਿਉਂਦਾ ਅਤੇ ਉਹ ਤੈਨੂੰ ਜਵਾਬ ਜ਼ਰੂਰ ਦੇਣਗੇ। ਤਾਂ ਇਹੋ ਜਿਹੀਆਂ ਲਿਖਤਾਂ ਜਫਰਨਾਮੇ ਦੇ ਵਿੱਚ ਲਿਖੀਆਂ ਸਨ। ਪਰ ਗੱਲ ਇਹ ਆਉਂਦੀ ਆ, ਜਦੋਂ ਜਫਰਨਾਮੇ ਦੀ ਗੱਲ ਆਉਂਦੀ ਆ ਤਾਂ ਨਾ ਤਾਂ ਸਾਨੂੰ ਜਫਰਨਾਮੇ ਬਾਰੇ ਇਤਿਹਾਸ ਬਾਰੇ ਪਤਾ ਅਤੇ ਨਾ ਹੀ ਇਸ ਗੁਰੂ ਅਸਥਾਨ ਬਾਰੇ ਪਤਾ ਵੀ ਜਿੱਥੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ। ਤਾਂ ਹੁਣ ਗੁਰੂ ਪਿਆਰੀ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਨੇ ਉਹਨੂੰ ਹਰਾ ਦਿੱਤਾ ਸੀ ਲਿਖਤ ਨੇ ਜਫਰਨਾਮਾ, ਉਹ ਇਸ ਸਥਾਨ 'ਤੇ ਲਿਖਿਆ ਗਿਆ ਸੀ। ਪਰ ਗੱਲ ਹੈ ਵਾ ਸਾਡੀ ਜਿਹੜੀ ਸੰਗਤ ਹੈ, ਸਿੱਖ ਸੰਗਤ ਨੂੰ ਇਸ ਬਾਰੇ ਬਹੁਤ ਘੱਟ ਪਤਾ। ਪਹਿਲਾਂ ਤਾਂ ਜਫਰਨਾਮੇ ਬਾਰੇ ਜ਼ਰੂਰ ਦੱਸੋ ਅਤੇ ਇਤਿਹਾਸ ਬਾਰੇ ਲੋਕਾਂ ਨੂੰ ਜਾਣੂ ਕਰਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਫਰਨਾਮਾ ਜਿਸ ਨੂੰ ਕਿ ਫਤਿਹ ਦੀ ਚਿੱਠੀ ਕਿਹਾ ਜਾਂਦਾ, ਤੇ ਭਾਈ ਕਾਹਨ ਸਿੰਘ ਨਾਭਾ ਜੀ ਨੇ ਜਫਰਨਾਮਾ ਦੇ ਅਰਥ ਕੀਤੇ ਨੇ। ਜਫਰ ਤੋਂ ਭਾਵ ਹੈ ਫਤਿਹ, ਭਾਵ ਕਿ ਜਿੱਤ, ਤੇ ਨਾਮਾ ਜੋ ਹੈ ਚਿੱਠੀ ਤੋਂ ਕਿਹਾ ਜਾਂਦਾ, ਨਾਮਾ ਤੋਂ ਭਾਵ ਚਿੱਠੀ। ਤੇ ਜਫਰਨਾਮੇ ਦੇ ਜੇਕਰ ਆਪਾਂ ਅਰਥ ਕਰੀਏ ਤਾਂ ਇਸ ਦਾ ਭਾਵ ਹੈ ਫਤਿਹ ਦੀ ਚਿੱਠੀ, ਜਿੱਤ ਦੀ ਚਿੱਠੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰਦੁਆਰਾ ਸਾਹਿਬ ਦੀਨਾ ਸਾਹਿਬ ਵਿਖੇ, ਦੀਨਾ ਕਾਂਗੜ ਦੀ ਧਰਤੀ ਤੋਂ ਔਰੰਗਜ਼ੇਬ ਨੂੰ ਲਿਖਿਆ ਗਿਆ। ਗੁਰੂ ਸਾਹਿਬ ਜੀ ਮਾਛੀਵਾੜਾ ਦੇ ਜੰਗਲਾਂ ਤੋਂ ਹੁੰਦੇ ਹੋਏ ਆਲਮਗੀਰ, ਰਾਏਕੋਟ, ਲੰਮਾ ਜੱਟਪੁਰਾ ਤੋਂ ਹੁੰਦੇ ਹੋਏ ਤਖਤੂਪੁਰਾ ਸਾਹਿਬ ਵਿਖੇ ਪਹੁੰਚੇ ਨੇ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਮਧੇਕੇ ਨਗਰ ਵਿਖੇ ਠਹਿਰਨਾ ਕੀਤਾ। ਜਦੋਂ ਦੀਨੇ ਦੀ ਸਿੱਖ ਸੰਗਤ ਨੂੰ ਪਤਾ ਲੱਗਾ ਤਾਂ ਇੱਥੋਂ ਜੋ ਰਾਏਜੋਧ ਸੀ ਉਹਨਾਂ ਦੇ ਪੋਤਰੇ, ਰਾਏਜੋਧ ਜੋ ਕਿ 6ਵੇਂ ਪਾਤਸ਼ਾਹ ਜੀ ਦੇ ਸੇਵਕ ਸਨ, ਉਹਨਾਂ ਦੇ ਪੋਤਰੇ ਲਖਮੀਰ, ਸ਼ਮੀਰ ਅਤੇ ਤਖਤ ਮੱਲ ਜੀ, ਇਹਨਾਂ ਨੇ ਦੀਨਾ ਸਾਹਿਬ ਦੀਆਂ ਸੰਗਤਾਂ ਦੇ ਨਾਲ ਜਾ ਕੇ ਗੁਰੂ ਸਾਹਿਬ ਜੀ ਕੋਲ ਜਾ ਕੇ ਮਧੇਕੇ ਨਗਰ ਵਿਖੇ ਜਾ ਕੇ ਬੇਨਤੀ ਕੀਤੀ ਕਿ ਆਪ ਜੀ ਸਾਡੇ ਨਗਰ ਵਿਖੇ ਆਪਣੇ ਪਾਵਨ ਚਰਨ ਪਾ ਕੇ ਨਗਰ ਦੀਆਂ ਸੰਗਤਾਂ ਨੂੰ ਤਾਰਨਾ ਕਰੋ। ਕਿਉਂਕਿ ਪਾਤਸ਼ਾਹ ਜੀ ਦੀ ਬਾਣੀ ਨੇ ਵੀ ਇਹ ਫਰਮਾਨ ਦਿੱਤੇ ਨੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਜਗ੍ਹਾ, ਉਹ ਥਾਂ, ਉਹ ਧਰਤੀ ਪਵਿੱਤਰ ਹੋ ਜਾਂਦੀ ਜਿੱਥੇ ਗੁਰੂ ਪਾਤਸ਼ਾਹ ਜੀ ਦਾ ਵਾਸਾ ਹੋ ਜਾਂਦਾ। ਅਤੇ ਗੁਰੂ ਪਾਤਸ਼ਾਹ ਜੀ ਸਿੱਖ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਮਧੇਕੇ ਨਗਰ ਵਿਖੇ ਅੰਮ੍ਰਿਤ ਵੇਲੇ ਦੀਵਾਨ ਸਜਾਏ ਗਏ ਅਤੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਗੁਰੂ ਸਾਹਿਬ ਦੀ ਸਿੱਖ ਸੰਗਤਾਂ ਦੇ ਨਾਲ ਉੱਥੋਂ ਚਾਲੇ ਪਾ ਕੇ ਦੀਨਾ ਸਾਹਿਬ ਵੱਲ ਰਵਾਨਾ ਹੋਏ ਨੇ। ਅਤੇ ਜਦੋਂ ਗੁਰੂ ਸਾਹਿਬ ਜੀ ਨੂੰ
ਭਾਈ ਲਖਮੀਰ ਤੇ ਭਾਈ ਸ਼ਮੀਰ ਇਹਨਾਂ ਨੇ ਆਪਣੇ ਗ੍ਰਹਿ ਵਿਖੇ ਠਹਿਰਨ ਲਈ ਕਿਹਾ, ਪਰ ਗੁਰੂ ਸਾਹਿਬ ਜੀ ਸਿੱਖ ਦੀ ਮਨ ਦੀ ਭਾਵਨਾ ਨੂੰ ਸਮਝਦੇ ਸਨ, ਕਿਉਂਕਿ ਜਿਸ ਸਥਾਨ ਤੇ ਅੱਜ ਗੁਰਦੁਆਰਾ ਸਾਹਿਬ ਹੈ, ਇਸ ਅਸਥਾਨ ਤੇ ਉਸ ਸਮੇਂ ਭਾਈ ਦੇਸੂ ਤਰਖਾਨ ਦਾ ਚੁਬਾਰਾ ਹੁੰਦਾ ਸੀ ਤੇ ਉਹ ਕੱਚਾ ਚੁਬਾਰਾ ਹੁੰਦਾ ਸੀ, ਜਿਸ ਦੇ ਉੱਪਰ ਭਾਈ ਦੇਸੂ ਤਰਖਾਨ ਜੋ ਕਿ ਤਰਖਾਣ ਦਾ ਕੰਮ ਕਰਦੇ ਸਨ, ਉਹਨਾਂ ਨੇ ਬੜੀ ਸ਼ਰਧਾ ਤੇ ਪ੍ਰੇਮ ਦੇ ਵਿੱਚ ਭਿੱਜ ਕੇ ਉਹਨਾਂ ਨੇ ਇੱਕ ਪਲੰਘ ਤਿਆਰ ਕੀਤਾ ਸੀ ਤੇ ਮਨ ਦੀ ਇਹ ਭਾਵਨਾ ਸੀ, ਮਨ ਦੀ ਇਹ ਇੱਛਾ ਸੀ ਕਿ ਇਸ ਪਲੰਘ ਤੇ ਗੁਰੂ ਸਾਹਿਬ ਜੀ ਬਿਰਾਜਮਾਨ ਹੋਣ। ਤੇ ਜਦੋਂ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਮਨ ਦੀ ਭਾਵਨਾ ਨੂੰ ਸਮਝਿਆ ਤੇ ਗੁਰੂ ਸਾਹਿਬ ਜੀ ਨੇ ਭਾਈ ਲਖਮੀਰ ਤੇ ਸ਼ਮੀਰ ਦੇ ਘਰ ਨੂੰ ਛੱਡ ਕੇ ਭਾਈ ਦੇਸੂ ਤਰਖਾਨ ਦੇ ਗ੍ਰਹਿ ਵਿਖੇ ਇੱਥੇ ਆ ਕੇ ਉਹਨਾਂ ਦੇ ਚੁਬਾਰੇ ਵਿਖੇ ਠਹਿਰਨਾ ਕੀਤਾ ਤੇ ਗੁਰੂ ਸਾਹਿਬ ਜੀ ਉਸ ਪਲੰਘ ਤੇ ਬੈਠੇ ਸਨ, ਜਿਹੜਾ ਪਲੰਘ ਭਾਈ ਦੇਸੂ ਤਰਖਾਨ ਨੇ ਆਪਣੇ ਹੱਥੀਂ ਤਿਆਰ ਕੀਤਾ ਸੀ। ਤੇ ਗੁਰੂ ਸਾਹਿਬ ਜੀ ਇਸ ਅਸਥਾਨ ਤੇ ਇਤਿਹਾਸਕਾਰ ਦੱਸਦੇ ਨੇ ਕਿ 22 ਪੋਹ ਨੂੰ ਇਸ ਅਸਥਾਨ ਤੇ ਪਹੁੰਚੇ ਨੇ ਗੁਰੂ ਸਾਹਿਬ ਜੀ 1762 ਬਿਕਰਮੀ ਨੂੰ। ਤੇ ਗੁਰੂ ਸਾਹਿਬ ਜੀ 3 ਮਹੀਨੇ ਤੇ 13 ਦਿਨ ਇਸ ਅਸਥਾਨ ਤੇ ਰਹੇ ਤੇ ਇੱਥੇ ਹੀ ਗੁਰੂ ਸਾਹਿਬ ਜੀ ਨੇ ਜਫਰਨਾਮਾ, ਜਿਸ ਨੂੰ ਕਿ ਫਤਿਹ ਦੀ ਚਿੱਠੀ ਕਿਹਾ ਜਾਂਦਾ, ਔਰੰਗਜ਼ੇਬ ਨੂੰ ਇਸ ਅਸਥਾਨ ਤੋਂ ਲਿਖੀ ਤੇ ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਤੇ ਗੁਰੂ ਸਾਹਿਬ ਜੀ ਨੇ ਦੀਨਾ ਕਾਂਗੜ ਦਾ ਜ਼ਿਕਰ ਜਫਰਨਾਮਾ ਚਿੱਠੀ ਦੇ ਵਿੱਚ ਕੀਤਾ। ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਤਸਰੀਫ ਦਰ ਕਸਬੇ ਕਾਂਗੜ ਕੁਨਦ ਵਜ੍ਹਾ ਪਸ ਮੁਲਾਕਾਤ ਬਾਹਮ ਸ਼ਬਦ, ਕਿ ਉੱਥੇ ਮੈਂ ਕਾਂਗੜ, ਦੀਨਾ ਕਾਂਗੜ ਦੀ ਧਰਤੀ ਤੇ ਠਹਿਰਿਆ ਹੋਇਆ ਤੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਕਿ ਇੱਥੇ ਆ ਕੇ, ਦੀਨਾ ਸਾਹਿਬ ਆ ਕੇ, ਕਾਂਗੜ ਇੱਥੇ ਆ ਕੇ ਵੀ ਮੈਨੂੰ ਮਿਲਣਾ ਕਰ। ਤੇ ਬਰਾੜ ਕੌਮ ਹੈ ਜਿਹੜੀ, ਉਹ ਮੇਰੇ ਹੁਕਮ ਦੇ ਵਿੱਚ ਹੈ, ਬਰਾੜ ਕੌਮ ਮੇਰੀ ਹੁਕਮ ਦੇ ਵਿੱਚ ਚੱਲਦੀ ਹੈ, ਕਿਉਂਕਿ ਇੱਥੇ ਉਦੋਂ ਬਰਾੜ ਕੌਮ ਦੇ ਜ਼ਿਆਦਾਤਰ ਸਿੱਖ ਰਹਿੰਦੇ ਸਨ। ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਇੱਥੇ ਔਰੰਗਜ਼ੇਬ ਵੀ ਤੈਨੂੰ ਕੋਈ ਅਜਿਹੀ ਗੱਲ ਜਾਂ ਕੋਈ ਤੇਰੇ ਤੇ ਹਮਲਾ ਨਹੀਂ ਹੋਵੇਗਾ, ਇੱਥੇ ਆ ਕੇ ਤੂੰ ਮੈਨੂੰ ਕਦੋਂ ਵੀ ਮਿਲ ਸਕਦਾ, ਆਪਸ ਵਿੱਚ ਆਪਾਂ ਵਿਚਾਰ ਕਰਾਂਗੇ, ਗੱਲਾਂ ਬਾਤਾਂ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਤੇਰੀ ਹਕੂਮਤ ਨੇ, ਤੂੰ ਹਕੂਮਤ ਦੇ ਨਸ਼ੇ ਵਿੱਚ ਚੂਰ ਹੋ ਕੇ ਹਕੂਮਤ ਦੇ ਨਸ਼ੇ ਵਿੱਚ ਕਿਸ ਤਰ੍ਹਾਂ ਜ਼ੁਲਮ ਢਾਇਆ, ਛੋਟੇ ਛੋਟੇ ਬੱਚਿਆਂ ਤੇ ਜ਼ੁਲਮ ਕੀਤਾ। ਪਾਤਸ਼ਾਹ ਜੀ ਨੇ ਜਫਰਨਾਮੇ ਦੇ 111 ਸ਼ੇਰ ਲਿਖੇ ਤੇ ਪਾਤਸ਼ਾਹ ਜੀ ਨੇ ਜਫਰਨਾਮੇ ਦੇ ਵਿੱਚ ਦੱਸਣਾ ਕੀਤਾ, ਔਰੰਗਜ਼ੇਬ ਨੂੰ ਕਿਹਾ ਕਿ ਤੂੰ ਈਮਾਨ ਦਾ ਵੀ ਪੱਕਾ ਨਹੀਂ। ਪਾਤਸ਼ਾਹ ਜੀ ਕਹਿੰਦੇ ਨਾ ਈਮਾ ਪ੍ਰਸਤੀ, ਨਾ ਔਜ਼ਾਇਦੀ, ਨਾ ਸਾਹਿਬ ਸਨਾਸੀ, ਨਾ ਮੁਹੰਮਦ ਯਕੀਨ, ਵੀ ਤੇਰਾ ਯਕੀਨ ਮੁਹੰਮਦ ਸਾਹਿਬ ਤੇ ਵੀ ਨਹੀਂ, ਤੂੰ ਇੱਕ ਸੱਚਾ ਮੁਸਲਮਾਨ ਵੀ ਨਹੀਂ। ਕਿਉਂਕਿ ਜੇ ਸੱਚਾ ਮੁਸਲਮਾਨ ਹੁੰਦਾ ਤਾਂ ਕੁਰਾਨ ਦੀਆਂ ਸੌਹਾਂ ਖਾ ਕੇ, ਪਾਤਸ਼ਾਹ ਜੀ ਕਹਿੰਦੇ ਕਿ ਆਨੰਦਪੁਰ ਸਾਹਿਬ ਦਾ ਜਦੋਂ ਕਿਲ੍ਹਾ ਛੱਡਣਾ ਸੀ ਤਾਂ ਉਦੋਂ ਕੁਰਾਨ ਦੀਆਂ ਝੂਠੀਆਂ ਸੌਹਾਂ ਖਾਧੀਆਂ ਗਈਆਂ ਤੇ ਉਹ ਸੌਹਾਂ ਤੇਰੇ ਵਜ਼ੀਰਾਂ ਵੱਲੋਂ ਖਾਧੀਆਂ ਗਈਆਂ ਕਿ ਅਸੀਂ ਤੁਹਾਡਾ ਕੁਝ ਨਹੀਂ ਕਰਾਂਗੇ। ਪਰ ਉਹਨਾਂ ਹੀ ਜ਼ਾਲਮਾਂ ਨੇ ਫਿਰ, ਜੋ ਕਿ ਸਿੱਖ ਸਨ, ਬਜ਼ੁਰਗ ਸਨ, ਜਿਨ੍ਹਾਂ ਵਿੱਚ ਬੱਚੇ ਵੀ ਸਨ, ਉਹਨਾਂ ਉੱਪਰ ਹਮਲਾ ਕਰ ਦਿੱਤਾ ਅਤੇ ਉਹਨਾਂ ਨੇ ਉੱਥੇ ਜੰਗ ਕੀਤੀ, ਜੋ ਯੁੱਧ ਹੋਇਆ ਪਾਤਸ਼ਾਹ ਜੀ ਦਾ। ਤੇ ਉੱਥੋਂ ਪਾਤਸ਼ਾਹ ਜੀ ਬਾਅਦ ਵਿੱਚ ਚਮਕੌਰ ਦੀ ਗੜੀ ਦੇ ਵਿੱਚ ਰੁਕੇ ਨੇ ਤੇ ਉਦੋਂ ਵੀ ਪਾਤਸ਼ਾਹ ਜੀ ਨੇ ਜਫਰਨਾਮੇ ਦੇ ਵਿੱਚ ਜ਼ਿਕਰ ਕੀਤਾ ਕਿ ਤੇਰੇ 10 ਲੱਖ ਫੌਜ ਨੇ, ਕਿਸ ਤਰ੍ਹਾਂ ਦੇ ਨਾਲ ਤੇਰੇ ਟਿੱਡੀ ਦਲ ਨੇ 40 ਜੋ ਸਿੱਖ ਸਨ, ਜੋ ਥੱਕੇ ਟੁੱਟੇ ਸਨ, ਪਿੱਛੋਂ ਸਫ਼ਰ ਕਰਕੇ ਥੱਕੇ ਟੁੱਟੇ ਆ ਰਹੇ ਸਨ, ਉਹਨਾਂ ਉੱਪਰ ਉਹ 10 ਲੱਖ ਫੌਜ ਦਾ ਮੁਕਾਬਲਾ ਕਿਸ ਤਰ੍ਹਾਂ ਕਰ ਸਕਦੇ ਸੀ। ਪਰ ਪਾਤਸ਼ਾਹ ਜੀ ਨੇ ਕਿਹਾ ਕਿ ਹੁਕਮ ਦੇ ਉਸ ਪ੍ਰਮਾਤਮਾ ਦੇ ਭਾਣੇ ਦੇ ਅੰਦਰ ਅਤੇ ਉਸ ਦੀ ਰਜ਼ਾ ਦੇ ਅੰਦਰ ਜਿਹੜੇ ਸਿੱਖ ਸੀਗੇ, ਉਹ ਉਸ ਪ੍ਰਮਾਤਮਾ ਦੇ ਭਾਣੇ ਦੇ ਅੰਦਰ ਰਹਿ ਕੇ ਉਹਨਾਂ ਨੇ ਯੁੱਧ ਕੀਤਾ ਅਤੇ ਦੁਸ਼ਮਣ ਨੂੰ ਹਰਾਇਆ, ਦੁਸ਼ਮਣ ਦੇ ਨਾਲ ਯੁੱਧ ਕੀਤਾ ਅਤੇ ਉਹਨਾਂ ਨੂੰ ਹਰਾਉਣਾ ਕੀਤਾ। ਭਾਵ ਕਿ ਉੱਥੇ ਜਦੋਂ ਆਪਾਂ ਗੱਲ ਕਰਦੇ ਹਾਂ 10 ਲੱਖ ਫੌਜ ਅੱਗੇ 40 ਦਾ ਖੜ ਜਾਣਾ ਹੀ ਬਹੁਤ ਵੱਡੀ ਗੱਲ ਹੈ। ਤੇ ਗੁਰੂ ਸਾਹਿਬ ਜੀ ਦੇ ਸਿੱਖਾਂ ਨੇ ਬਹਾਦਰੀ ਦੇ ਜੌਹਰ ਵਿਖਾਏ, 2 ਵੱਡੇ ਸਾਹਿਬਜ਼ਾਦੇ ਉੱਥੇ ਸ਼ਹੀਦ ਹੋਏ। ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਇਹ ਵੀ ਜ਼ਿਕਰ ਕੀਤਾ ਜਫਰਨਾਮੇ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ 4 ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ। ਤੇ ਪਾਤਸ਼ਾਹ ਜੀ ਕਹਿੰਦੇ ਵੀ ਕੀ ਹੋਇਆ ਵੀ ਮੇਰੇ 4 ਸਾਹਿਬਜ਼ਾਦੇ ਔਰੰਗਜ਼ੇਬ ਤੂੰ ਸ਼ਹੀਦ ਕਰ ਦਿੱਤੇ, ਪਰ ਮੇਰਾ ਜੋ ਕੁੰਡਲੀਆ ਸੱਪ ਖਾਲਸਾ ਹੈ ਉਹ ਅਜੇ ਜਿਉਂਦਾ ਹੈ, ਉਹ ਤੇਰੀਆਂ ਜੜ੍ਹਾਂ ਦਾ ਨਾਸ਼ ਕਰ ਦੇਵੇਗਾ। ਸੋ ਇਹ ਪਾਤਸ਼ਾਹ ਜੀ ਨੇ ਜਫਰਨਾਮੇ ਦੇ 111 ਸ਼ੇਰਾਂ ਦੇ ਅੰਦਰ ਇਹ ਬਚਨ ਕੀਤੇ ਨੇ। ਤੇ ਪਾਤਸ਼ਾਹ ਜੀ ਉਸ ਪ੍ਰਮਾਤਮਾ ਦੇ ਨਾਲ ਇਸ ਤਰ੍ਹਾਂ ਜੁੜੇ ਸਨ ਕਿ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੇ ਕੋਲ ਕੁਝ ਵੀ ਨਹੀਂ ਰਿਹਾ, ਭਾਵੇਂ ਨਾ ਸਾਜੋਂ ਨਾ ਬਾਜੋਂ ਨਾ ਫੌਜੋਂ ਨਾ ਫਰਸ਼, ਖੁਦਾਵੰਦ ਬਖਸ਼ਿੰਦੇ ਐਸ਼ ਅਰਸ਼, ਪਰ ਉਹ ਖੁਦਾਵੰਦ ਪਾਤਸ਼ਾਹ ਜੀ ਦੇ ਮੈਂ ਅਰਸ਼ ਤੇ ਹਾਂ, ਭਾਵ ਕਿ ਉਸ ਦੀ ਰਜ਼ਾ ਦੇ ਵਿੱਚ ਹਾਂ। ਇਹ ਪਾਤਸ਼ਾਹ ਜੀ ਨੇ ਬਚਨ ਕੀਤੇ ਜਫਰਨਾਮੇ ਦੇ ਅੰਦਰ। ਤੇ ਪਾਤਸ਼ਾਹ ਜੀ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ, ਜੋ ਕਿ 5 ਪਿਆਰਿਆਂ ਵਿੱਚੋਂ
ਦੋ ਪਿਆਰੇ ਸਨ, ਉਹਨਾਂ ਦੇ ਹੱਥ ਜਫਰਨਾਮਾ, ਜਿਸ ਨੂੰ ਕਿ ਇਤਿਹਾਸਿਕ ਖੱਤ ਕਿਹਾ ਜਾਂਦਾ, ਇਤਿਹਾਸਿਕ ਚਿੱਠੀ ਕਿਹਾ ਜਾਂਦਾ, ਇਹ ਪਾਤਸ਼ਾਹ ਜੀ ਨੇ ਔਰੰਗਜ਼ੇਬ ਦੇ ਪਾਸ ਭੇਜਣੀ ਕੀਤੀ। ਇਸ ਸਥਾਨ ਤੋਂ ਹੀ ਉਹ ਜੋ ਦੋ ਪਿਆਰੇ ਸਨ ਉਹ ਚਿੱਠੀ ਲੈ ਕੇ ਔਰੰਗਜ਼ੇਬ ਦੇ ਪਾਸ ਗਏ, ਤੇ ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸ ਨੂੰ ਆਪਣੇ ਦੁਆਰਾ ਕੀਤੇ ਹੋਏ ਕੁਕਰਮਾਂ ਦਾ ਜਾਂ ਜੋ ਜ਼ੁਲਮ ਢਾਇਆ ਗਿਆ ਉਹਨਾਂ ਦਾ ਅਹਿਸਾਸ ਹੋਇਆ, ਤੇ ਉਹ ਉਸ ਚਿੱਠੀ ਨੂੰ ਪੜ੍ਹ ਕੇ ਉਸ ਦਿਨ ਤੋਂ ਬਿਮਾਰ ਰਹਿਣ ਲੱਗ ਗਿਆ। ਤੇ ਜਦੋਂ ਉਸ ਦੀ ਸਿਹਤ ਜ਼ਿਆਦਾ ਵਿਗੜ ਗਈ ਤਾਂ ਉਸਨੇ ਪਾਤਸ਼ਾਹ ਜੀ ਨੂੰ ਚਿੱਠੀ ਲਿਖੀ ਕਿ ਆਪ ਜੀ ਮੈਨੂੰ ਦਰਸ਼ਨ ਦਿਓ। ਤੇ ਗੁਰੂ ਪਾਤਸ਼ਾਹ ਜੀ ਔਰੰਗਜ਼ੇਬ ਨੂੰ ਦਰਸ਼ਨ ਦੇਣ ਲਈ ਚੱਲ ਪਏ ਸਨ, ਤੇ ਰਸਤੇ ਵਿੱਚ ਜਦੋਂ ਗੁਰੂ ਪਾਤਸ਼ਾਹ ਜੀ ਜਾਂਦੇ ਹੋਏ ਤਾਂ ਇਹਨਾਂ ਨੂੰ ਖਬਰ ਮਿਲੀ ਕਿ ਔਰੰਗਜ਼ੇਬ ਬਾਦਸ਼ਾਹ ਜੋ ਚੜ੍ਹਾਈ ਕਰ ਚੁੱਕੇ ਹਨ, ਜੋ ਮਰ ਚੁੱਕੇ ਹਨ। ਤਾਂ ਗੁਰੂ ਪਾਤਸ਼ਾਹ ਜੀ ਨੇ ਉਸ ਸਮੇਂ ਆਪਣਾ ਰੂਟ ਚੇਂਜ ਕੀਤਾ ਤੇ ਗੁਰੂ ਪਾਤਸ਼ਾਹ ਜੀ ਹਜੂਰ ਸਾਹਿਬ ਵਿਖੇ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਸੀ, ਉਸ ਰਸਤੇ ਵੱਲ ਚੱਲ ਪਏ। ਇਸ ਜਗ੍ਹਾ ਤੇ ਗੁਰਦੁਆਰਾ ਦੀਨਾ ਸਾਹਿਬ, ਲੋਹਗੜ੍ਹ ਸਾਹਿਬ, ਇਸ ਧਰਤੀ ਨੂੰ ਪਾਤਸ਼ਾਹ ਜੀ ਨੇ ਲੋਹਗੜ੍ਹ ਦਾ ਵਰ ਦਿੱਤਾ, ਭਾਵ ਕਿ ਲੋਹੇ ਦਾ ਗੜ੍ਹ। ਪਾਤਸ਼ਾਹ ਜੀ ਨੇ ਕਿਹਾ ਵੀ ਇਸ ਧਰਤੀ ਤੇ ਵੀ ਆਸੇ-ਪਾਸੇ ਕੋਈ ਵੀ ਇਸੇ ਤਰ੍ਹਾਂ ਦੀ ਘਟਨਾ ਨਹੀਂ ਹੋਵੇਗੀ, ਜਾਂ ਇਸ ਨੂੰ ਵਰ ਦਿੱਤਾ ਧਰਤੀ ਨੂੰ ਵੀ ਇਹ ਧਰਤੀ ਅੰਨ ਅਤੇ ਧਨ ਦੇ ਇੱਥੇ ਵਾਧੇ ਰਹਿਣਗੇ। ਤੇ ਅੱਜ ਵੀ ਇੱਥੇ ਅੰਨ ਅਤੇ ਧਨ ਦੇ ਵਾਧੇ ਰਹਿੰਦੇ ਨੇ। ਕੋਈ ਵੀ ਇੱਥੇ ਬਿਮਾਰੀ ਜਾਂ ਕੋਈ ਵੀ ਮਹਾਮਾਰੀ ਇਸ ਜਗ੍ਹਾ ਤੇ ਆਸੇ-ਪਾਸੇ ਜੋ 10 ਕੋਹ ਦਾ ਫਾਸਲਾ ਹੈ ਉੱਥੇ ਨਹੀਂ ਰਹਿੰਦੀ। ਤੇ ਪਾਤਸ਼ਾਹ ਜੀ ਨੇ ਇੱਥੋਂ ਦੀਆਂ ਕੁੜੀਆਂ ਨੂੰ ਵੀ, ਜੋ ਬੇਟੀਆਂ ਸੀ, ਉਹਨਾਂ ਨੂੰ ਵੀ ਵਰ ਦਿੱਤਾ, ਕਿਉਂਕਿ ਜਿਹੜੇ ਭਾਈ ਸ਼ਮੀਰ ਨੂੰ ਪਾਤਸ਼ਾਹ ਜੀ ਨੇ ਇੱਕ ਦਿਨ ਛਕਣ ਲਈ ਪ੍ਰਸ਼ਾਦ ਦਿੱਤਾ, ਸੀਤ ਪ੍ਰਸ਼ਾਦ ਦਿੱਤਾ, ਜਿਸ ਨੂੰ ਆਪਾਂ ਦੇਗ ਕਹਿੰਦੇ ਹਾਂ। ਤੇ ਭਾਈ ਸ਼ਮੀਰ ਉਹ ਪ੍ਰਸ਼ਾਦ ਪਾਤਸ਼ਾਹ ਜੀ ਨੇ ਕਿਹਾ ਕਿ ਤੁਸੀਂ ਇੱਥੇ ਛਕਣਾ ਕਰੋ, ਪਰ ਉਹ ਪ੍ਰਸ਼ਾਦ ਨੂੰ ਘਰ ਲੈ ਗਏ ਸਨ। ਉਹ ਕਹਿੰਦੇ ਵੀ ਘਰੇ ਜਾ ਕੇ ਛਕਾਂਗੇ। ਤੇ ਉਹਨਾਂ ਦਾ ਜਿਹੜਾ ਮਾਮਾ ਸੀ ਕਰਮੂ, ਉਹ ਜੈਤੋ ਦੇ ਜਿਹੜੇ ਵਜ਼ੀਰ ਸੀ, ਜਾਂ ਵਜ਼ੀਰ ਖਾਂ ਜਾਂ ਹਕੂਮਤ ਸੀ ਉਦੋਂ ਦੀ, ਉਹਨਾਂ ਦੇ ਨਾਲ ਉਹਨਾਂ ਦੀ ਸਾਂਝ ਸੀ। ਤੇ ਉਸ ਦੇ ਕਹਿਣ ਤੇ ਭਾਈ ਸ਼ਮੀਰ ਨੇ ਉਹ ਦੇਗ ਨਹੀਂ ਛਕੀ ਤੇ ਉਸ ਨੂੰ ਦੱਬ ਦਿੱਤਾ ਗਿਆ ਸੀ। ਤੇ ਜਦੋਂ ਉਹਨਾਂ ਦੀਆਂ ਬੱਚੀਆਂ ਨੇ ਜਾਂ ਛੋਟੀਆਂ ਬੱਚੀਆਂ ਨੇ ਉਹ ਦੇਗ ਨੂੰ ਦੇਖਿਆ ਤਾਂ ਉਹਨਾਂ ਨੇ ਉਹ ਦੇਗ ਛਕ ਲਈ ਸੀ। ਤੇ ਗੁਰੂ ਸਾਹਿਬ ਜੀ ਨੇ ਇਹ ਵੀ ਵਰ ਦਿੱਤਾ ਇਸ ਸਥਾਨ ਤੇ ਕਿ ਇੱਥੋਂ ਦੀਆਂ ਬੱਚੀਆਂ ਜਿੱਥੇ ਵੀ ਜਾਂਦੀਆਂ ਉਹਨਾਂ ਦੇ ਵਾਰੇ ਨਿਆਰੇ ਹੋਣਗੇ ਜਾਂ ਉਹਨਾਂ ਦੇ ਵਾਧੇ ਹੋਣਗੇ। ਤੇ ਇਹ ਇਤਿਹਾਸਕ ਫਰਮਾਨ ਹੈ ਕਿ ਪਾਤਸ਼ਾਹ ਜੀ ਦਾ ਇਹ ਇਤਿਹਾਸਕ ਫਰਮਾਨ ਹੈ। ਤੇ ਨਾਲ ਹੀ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਇੱਥੋਂ ਦੀਆਂ ਲੜਕੀਆਂ ਜਿਹੜੇ ਘਰ ਵੀ ਜਾਂਦੀਆਂ ਨੇ ਉੱਥੇ ਵਾਧੇ ਹੀ ਹੁੰਦੇ ਨੇ, ਹਮੇਸ਼ਾ ਉਹ ਘਰ ਤਰੱਕੀ ਦੇ ਰਾਹ ਤੇ ਜਾਂਦੇ ਨੇ। ਇੱਕ ਇਹ ਵੀ ਤੁਸੀਂ ਗੱਲ ਕਹੀ ਵੀ ਜ਼ਫਰਨਾਮਾ ਪੜ੍ਹਨ ਤੋਂ ਬਾਅਦ ਜਿਹੜਾ ਆਪਣੇ ਆਪ ਨੂੰ ਦੁਨੀਆ ਦਾ ਬਾਦਸ਼ਾਹ ਸਮਝਦਾ ਸੀ, ਜਿਹੜਾ ਕਹਿੰਦਾ ਸੀਗਾ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਂ ਖਤਮ ਕਰ ਦੇਣਾ, ਉਹ ਇਹ ਗੱਲ ਕਹਿਣ ਲੱਗ ਗਿਆ ਵੀ ਮੈਂ ਤੁਹਾਡੇ ਦਰਸ਼ਨ ਕਰਨੇ। ਹਾਂਜੀ, ਕਿਉਂਕਿ ਪਾਤਸ਼ਾਹ ਜੀ ਨੂੰ, ਔਰੰਗਜ਼ੇਬ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ, ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਚਿੱਠੀ ਵਿੱਚ ਲਿਖਿਆ ਸੀ, ਜਿਹੜਾ ਖੱਤ ਸੀ 111 ਸ਼ੇਰ ਲਿਖੇ ਸੀ। ਤੇ ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਪਰਮਾਤਮਾ ਦੀ ਸਿਫਤ ਕੀਤੀ ਕਿ ਉਹ ਪਰਮਾਤਮਾ, ਉਹ ਅਕਾਲ ਪੁਰਖ ਸਭ ਤੋਂ ਉੱਪਰ ਆ, ਵੀ ਉਹਦੇ ਰਜ਼ਾ ਦੇ ਵਿੱਚ ਹੀ ਅਸੀਂ ਰਹਿੰਦੇ ਆ, ਤੇ ਉਹਦਾ ਹੁਕਮ ਹੀ ਸਾਰੀ ਧਰਤੀ ਤੇ ਜਾਂ ਸਾਰੀ ਕਾਇਨਾਤ ਤੇ ਉਸ ਪਰਮਾਤਮਾ ਦਾ ਹੁਕਮ ਹੀ ਚੱਲਦਾ ਹੈ। ਤੇ ਪਾਤਸ਼ਾਹ ਜੀ ਨੇ ਇਹ ਗੱਲਾਂ ਕੀਤੀਆਂ ਕਿ ਅਸੀਂ ਕਿਸੇ ਦੀ ਅਧੀਨਗੀ ਨਹੀਂ ਮੰਨਦੇ, ਅਸੀਂ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦੀ ਅਧੀਨਗੀ ਮੰਨਦੇ ਆ। ਪਰ ਤੂੰ ਹਕੂਮਤ ਦੇ ਨਸ਼ੇ ਵਿੱਚ ਚੂਰ ਹੋ ਕੇ ਦੁਨੀਆ ਉੱਪਰ ਜ਼ੁਲਮ ਢਾਏ, ਲੋਕਾਂ ਉੱਪਰ ਜ਼ੁਲਮ ਢਾਏ। ਤੇ ਗੁਰੂ ਪਾਤਸ਼ਾਹ ਜੀ ਨੇ ਉਹ ਸਾਰਾ ਨਿਖੇੜਾ ਕੀਤਾ ਇਸ ਜ਼ਫਰਨਾਮੇ ਦੇ ਵਿੱਚ, ਚਿੱਠੀ ਦੇ ਵਿੱਚ। ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਪਾਤਸ਼ਾਹ ਜੀ ਨੇ ਜਿਹੜੇ ਵੀ ਰਸਤੇ ਵਿੱਚ ਕਠਿਨਾਈਆਂ, ਜਾਂ ਮਾਛੀਵਾੜੇ ਦੇ ਜੰਗਲਾਂ ਵਿੱਚ ਜੋ ਵੀ ਕਠਿਨਾਈਆਂ, ਜਾਂ ਚਮਕੌਰ ਸਾਹਿਬ ਦੇ ਉੱਥੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਅੰਦਰ ਵੀ ਜਦੋਂ ਫੌਜਾਂ ਨੇ ਹਮਲਾ ਕੀਤਾ, ਉਹ ਸਾਰੀਆਂ ਚੀਜ਼ਾਂ ਦਾ ਪਾਤਸ਼ਾਹ ਜੀ ਨੇ ਵਰਣਨ ਕੀਤਾ। ਤੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਅੰਦਰ ਵੀ ਪਾਤਸ਼ਾਹ ਜੀ ਨੇ ਜੋ ਸਾਰੀ ਉਹ ਜੰਗ ਹੋਈ ਉਹਦਾ ਵਰਣਨ ਇਸ ਜ਼ਫਰਨਾਮੇ ਵਿੱਚ ਕੀਤਾ। ਤੇ ਔਰੰਗਜ਼ੇਬ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਤੂੰ ਮੁਹੰਮਦ ਸਾਹਿਬ ਦੇ ਹੁਕਮਾਂ ਦੀ ਵੀ ਪਾਲਣਾ ਨਹੀਂ ਕਰ ਸਕਿਆ। ਤੇ ਪਾਤਸ਼ਾਹ ਜੀ ਨੇ ਕਿਹਾ ਵੀ ਅਸੀਂ ਵੀ ਬੁੱਤ ਸਿੱਖਣ ਸੀ, ਵੀ ਅਸੀਂ ਬੁੱਤਾਂ ਨੂੰ ਨਹੀਂ ਮੰਨਦੇ ਸੀ, ਪਰ ਤੇ ਤੁਸੀਂ ਵੀ ਬੁੱਤ ਸਿੱਖਣ ਸੀ, ਵੀ ਤੁਸੀਂ ਵੀ ਬੁੱਤਾਂ ਨੂੰ ਨਹੀਂ ਮੰਨਦੇ ਸੀ, ਪਰ ਵੀ ਬੁੱਤ ਦੀ ਪੂਜਾ ਨਹੀਂ ਕਰਦੇ ਸੀ, ਪਰ ਫਿਰ ਵੀ ਤੁਸੀਂ ਕੀ ਕੀਤਾ ਵੀ ਬੁੱਤ ਪੂਜਣ ਵਾਲਿਆਂ ਦਾ ਸਾਥ ਦਿੱਤਾ, ਭਾਵ ਕਿ ਪਹਾੜੀ ਰਾਜਿਆਂ ਦਾ ਜਾਂ ਉਹਨਾਂ ਦਾ ਸਾਥ ਦਿੱਤਾ। ਤੇ ਇਹ ਗੱਲ ਸ਼ੋਭਾ ਨਹੀਂ ਦਿੰਦੀ। ਤੇ ਪਾਤਸ਼ਾਹ ਜੀ ਨੇ ਕਿਹਾ ਕਿ ਅਸੀਂ ਅਕਾਲ ਪੁਰਖ ਨੂੰ ਮੰਨਦੇ ਸਾਂ, ਪਰ ਤੁਸੀਂ ਝੂਠੀਆਂ ਸਹੁੰਆਂ ਖਾਧੀਆਂ, ਕੁਰਾਨ ਦੀਆਂ ਝੂਠੀਆਂ ਸਹੁੰਆਂ ਖਾ ਕੇ, ਤੇ ਬਾਅਦ ਵਿੱਚ ਭੋਲੇ ਭਾਲੇ ਸਿੱਖਾਂ ਤੇ ਜਾਂ ਤੁਹਾਡੇ ਟਿੱਡੀ ਦਲ ਨੇ ਹਮਲਾ ਕੀਤਾ ਤੇ ਸਿੱਖਾਂ ਦੇ ਉੱਪਰ ਅਨੇਕਾਂ ਕਸ਼ਟ ਸਹੇ ਸਿੱਖਾਂ ਨੇ ਉੱਥੇ। ਤੇ ਗੁਰੂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਔਰੰਗਜ਼ੇਬ ਨੂੰ, ਹਕੂਮਤ ਦੇ ਬਾਦਸ਼ਾਹ ਨੂੰ ਲਾਹਣਤਾਂ ਪਾਈਆਂ। ਤੇ ਉਹਨਾਂ ਨੂੰ ਸੁਣ ਕੇ
ਉਹ ਚਕਾਚੌਂਧ ਰਹਿ ਗਿਆ, ਭਾਵ ਕਿ ਹੈਰਾਨ ਹੋ ਗਿਆ ਵੀ ਮੇਰੇ ਤੋਂ ਐਡੀਆਂ ਵੱਡੀਆਂ ਗਲਤੀਆਂ ਹੋਈਆਂ ਹਕੂਮਤ ਦੇ ਨਸ਼ੇ ਵਿੱਚ। ਤੇ ਉਸ ਦਾ ਮਨ ਵਿੱਚ ਇਹ ਸੀ ਕਿ ਮੈਂ ਗੁਰੂ ਪਾਤਸ਼ਾਹ ਦੇ ਵੀ ਦਰਸ਼ਨ ਕਰਾਂ, ਇੱਕ ਵਾਰ ਵੀ ਉਹਨਾਂ ਦੇ ਦਰਸ਼ਨ ਕਰਾਂ। ਤੇ ਪਾਤਸ਼ਾਹ ਜੀ ਵੀ ਐਡੇ ਕਹਿ ਲਓ ਵੀ ਇੱਕ ਜੇਕਰ ਕਿਸੇ ਦੇ ਉੱਪਰ ਕੋਈ ਜ਼ੁਲਮ ਕਰੇ ਤਾਂ ਉਹ ਦੂਸਰੇ ਵਿਅਕਤੀ ਦਾ ਮੂੰਹ ਦੇਖਣ ਲਈ ਵੀ ਤਿਆਰ ਨਹੀਂ ਹੋ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੱਚੇ ਪਾਤਸ਼ਾਹ ਅਜਿਹੇ ਬਖਸ਼ਣਹਾਰ ਸੀ ਕਿ ਪਾਤਸ਼ਾਹ ਜੀ ਕਹਿੰਦੇ ਵੀ ਚਲੋ ਜੇ ਉਹ ਦਰਸ਼ਨ ਕਰਨ ਨੂੰ ਕਹਿੰਦੇ ਨੇ ਕਿ ਆਪਾਂ ਉਹਨਾਂ ਨੂੰ ਦਰਸ਼ਨ ਦੇ ਦਿੰਦੇ। ਤੇ ਪਾਤਸ਼ਾਹ ਜੀ ਨੇ ਇਸੇ ਕਰਕੇ ਚਾਲੇ ਵੀ ਪਾ ਦਿੱਤੇ ਸੀ ਔਰੰਗਜ਼ੇਬ ਨੂੰ ਦਰਸ਼ਨ ਦੇਣ ਲਈ, ਇਤਿਹਾਸਕਾਰ ਦੱਸਦੇ ਨੇ। ਤੇ ਜਦੋਂ ਪਾਤਸ਼ਾਹ ਜੀ ਰਾਹ ਦੇ ਵਿੱਚ ਸਨ ਤਾਂ ਉਦੋਂ ਇਹਨਾਂ ਨੂੰ ਖਬਰ ਮਿਲਦੀ ਹੈ ਕਿ ਔਰੰਗਜ਼ੇਬ ਇਸ ਸੰਸਾਰ ਵਿੱਚ ਜਫਰਨਾਮਾ ਜਿਹੜਾ ਉਹ ਫਾਰਸੀ ਭਾਸ਼ਾ ਦੇ ਵਿੱਚ ਹਾਂਜੀ, ਜਫਰਨਾਮਾ ਜੋ ਅਰਬੀ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਗਿਆ। ਮੌਜੂਦਾ ਸਮੇਂ ਵਿੱਚ ਆਪਣੇ ਕੋਲ 111 ਸ਼ੇਰ ਜਫਰਨਾਮਾ ਦੇ ਮਿਲਦੇ ਨੇ ਤੇ 111 ਸ਼ੇਰਾਂ ਜੋ ਦਸਮ ਗ੍ਰੰਥ ਦੀ ਬਾਣੀ ਹੈ ਉਸ ਦੇ ਵਿੱਚ ਦਰਜ ਕੀਤੇ ਗਏ ਨੇ। ਤੇ ਕਈ ਗੱਲਾਂ ਇਹ ਵੀ ਸੁਣਨ ਨੂੰ ਮਿਲਦੀਆਂ ਵੀ ਵੱਡੇ ਵੱਡੇ ਜਿਹੜੇ ਫਾਰਸੀ ਦੇ ਲੇਖਕ ਨੇ ਉਹ ਵੀ ਜਦੋਂ ਪੜ੍ਹਦੇ ਨੇ ਉਹ ਵੀ ਇਹ ਕਹਿੰਦੇ ਆ ਵੀ ਜਿਸ ਹਿਸਾਬ ਦੀ ਇਹ ਲਿਖਾਵਟ ਹੈ ਮੁਕਾਬਲਾ ਨਹੀਂ ਹੋ ਸਕਦਾ ਇਸ ਦਾ। ਵੱਡੇ ਵੱਡੇ ਜਿਹੜੇ ਲੇਖਕ ਸੀ ਉਹ ਵੀ ਇਸ ਦਾ ਮੁਕਾਬਲਾ ਨਹੀਂ ਕਰ ਪਾਏ ਫਾਰਸੀ ਦੇ ਲੇਖਕ। ਹਾਂਜੀ, ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਵਿੱਚ ਅਜਿਹੇ ਛੰਦ ਵਰਤੇ ਨੇ ਜਾਂ ਇਹਨਾਂ ਦੀ ਬੋਲੀ ਸ਼ੈਲੀ ਅਜਿਹੀ ਵਰਤੀ ਹੈ ਕਿ ਇਸ ਨੂੰ ਕੋਈ ਵੀ ਉਸ ਸਮੇਂ, ਕਿਉਂਕਿ ਜਿਹੜੀ ਆਪਣੀ ਸਰਕਾਰੀ ਭਾਸ਼ਾ ਸੀ ਉਹ ਅਰਬੀ ਫਾਰਸੀ ਸੀ, ਉਹ ਉਸ ਸਮੇਂ ਦੇ ਜਿਹੜੇ ਸਨ ਉਹ ਇਸ ਨੂੰ ਚੰਗੀ ਤਰੀਕੇ ਦੇ ਨਾਲ ਪੜ੍ਹ ਲੈਂਦੇ ਸਨ। ਆਪਣੇ ਜੋ ਸਿੱਖ ਵੀ ਸਨ ਉਹ ਵੀ ਉਸ ਸਮੇਂ ਅਰਬੀ ਫਾਰਸੀ ਨੂੰ ਪੜ੍ਹ ਲੈਂਦੇ ਸਨ ਕਿਉਂਕਿ ਉਦੋਂ ਸਰਕਾਰੀ ਭਾਸ਼ਾ ਸੀ। ਤੇ ਉਸ ਸਮੇਂ ਪਾਤਸ਼ਾਹ ਜੀ ਨੇ ਜਦੋਂ ਇਹ ਚਿੱਠੀ ਲਿਖੀ ਤਾਂ ਇਤਿਹਾਸਕਾਰ ਜੋ ਅੱਜ ਦੇ ਇਤਿਹਾਸਕਾਰ ਵੀ ਨੇ ਉਹ ਵੀ ਦੰਗ ਰਹਿ ਜਾਂਦੇ ਕਿ ਪਾਤਸ਼ਾਹ ਜੀ ਨੇ ਇਹਦੇ ਵਿੱਚ ਅਜਿਹੀ ਸ਼ੈਲੀ ਨੂੰ ਵਰਤਿਆ ਜਾਂ ਛੰਦਾਂ ਨੂੰ ਵਰਤਿਆ। ਤੇ ਵੀਰ ਰਸੀ ਉਹ ਜਿਹੜੇ ਛੰਦ ਨੇ ਉਹ ਵੀ ਵਰਤੇ ਗਏ ਪਾਤਸ਼ਾਹ ਜੀ ਨੇ ਇਹਦੇ ਵਿੱਚ। ਤੇ ਇਤਿਹਾਸਿਕ ਖੱਤ ਹੈ ਇੱਕ ਜੋ ਕਿ ਬਹੁਤ ਹੀ ਮਹੱਤਵਪੂਰਨ ਹੈ। ਕਲਮ ਇੱਥੇ ਤੱਕ ਹੀ ਕਿਹਾ ਜਾਂਦਾ ਵੀ ਜਿਹੜੇ ਲੇਖਕ ਹੁੰਦੇ ਆ, ਜਿਹੜੇ ਹੋਰ ਵੀ ਜਿਹੜੇ ਸਕੋਲਰਸ ਵੀ ਹੁੰਦੇ ਆ, ਇੱਥੇ ਆ ਕੇ ਅਰਦਾਸ ਕਰਦੇ ਆ ਵੀ ਸਾਡੀ ਵੀ ਕਲਮ ਦੇ ਵਿੱਚ ਇੰਨਾ ਜ਼ੋਰ ਦੇਈਂ ਵੀ ਅਸੀਂ ਵੀ ਜਿਹੜਾ ਲਿਖ ਸਕੀਏ। ਹਾਂਜੀ, ਕਿਉਂਕਿ ਪਾਤਸ਼ਾਹ ਜੀ ਨੇ ਜਿੱਥੇ ਤਲਵਾਰ ਦੀ ਤਾਕਤ ਨੂੰ ਵਰਤਿਆ ਉੱਥੇ ਗੁਰੂ ਪਾਤਸ਼ਾਹ ਜੀ ਨੇ ਕਲਮ ਦੀ ਤਾਕਤ ਨੂੰ ਵਰਤਿਆ। ਕਿਉਂਕਿ ਅੱਜ ਕੱਲ੍ਹ ਆਪਾਂ ਜੇਕਰ ਗੱਲ ਕਰ ਲਈਏ ਤਾਂ ਅੱਜ ਕੱਲ੍ਹ ਜ਼ਿਆਦਾਤਰ ਗੱਲ ਇਹ ਕੀਤੀ ਜਾਂਦੀ ਹੈ ਕਿ ਤਲਵਾਰ ਦੇ ਸਿਰ ਤੇ ਹੀ ਸਾਰਾ ਕੁਝ ਜਾਂ ਰਾਜ ਭਾਗ ਪ੍ਰਾਪਤ ਕੀਤੇ ਜਾ ਸਕਦੇ। ਪਰ ਪਾਤਸ਼ਾਹ ਜੀ ਨੇ ਨਾਲ ਸਿੱਖਾਂ ਨੂੰ ਕਲਮ ਦੀ ਤਾਕਤ ਵੀ ਬਖਸ਼ੀ ਕਿ ਨਹੀਂ, ਕਲਮ ਦੀ ਤਾਕਤ ਦੇ ਨਾਲ, ਸ਼ਬਦ ਦੀ ਤਾਕਤ ਦੇ ਨਾਲ। ਕਿਉਂਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਸਮੇਂ ਸਿੱਧਾਂ ਕੋਲ ਜਾਂਦੇ ਨੇ ਤਾਂ ਉਦੋਂ ਸਿੱਧ ਵੀ ਗੁਰੂ ਸਾਹਿਬ ਜੀ ਨੂੰ ਪੁੱਛਦੇ ਨੇ ਕਿ ਤੁਹਾਡਾ ਗੁਰੂ ਕੌਣ ਹੈ ਤੇ ਤੁਸੀਂ ਕਿਸ ਦੇ ਚੇਲੇ ਹੋ। ਤਾਂ ਪਾਤਸ਼ਾਹ ਜੀ ਨੇ ਉਦੋਂ ਕਿਹਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿ ਸ਼ਬਦ ਸਾਡਾ ਗੁਰੂ ਹੈ। ਤੇ ਇੱਥੇ ਹੀ ਪਾਤਸ਼ਾਹ ਜੀ ਨੇ ਸ਼ਬਦ ਦੇ ਤੀਰ ਨਾਲ ਹੀ, ਕਿਉਂਕਿ ਸ਼ਬਦਾਂ ਦੇ ਤੀਰ ਨਾਲ ਹੀ ਜਫਰਨਾਮਾ ਜੋ ਖੱਤ ਸੀ ਉਹ ਸ਼ਬਦਾਂ ਦਾ ਲਿਖਾਇਕ ਸੀ। ਤੇ ਉਹ ਸ਼ਬਦ ਵੀ ਐਸੇ ਸਨ ਜੋ ਸਿੱਧਾ ਅਕਾਲ ਪੁਰਖ ਦੀ ਕਲਮ ਤੋਂ ਪ੍ਰਾਪਤ ਕੀਤੇ ਗਏ ਸਨ। ਕਿਉਂਕਿ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਦਾ ਰੂਪ ਕਿਹਾ ਜਾਂਦਾ। ਪਾਤਸ਼ਾਹ ਜੀ ਅਕਾਲ ਪੁਰਖ ਦਾ ਰੂਪ ਧਾਰ ਕੇ ਇਸ ਸੰਸਾਰ ਵਿੱਚ ਆਏ ਸਨ। ਤੇ ਅਕਾਲ ਪੁਰਖ ਦੀ ਕਲਮ ਤੋਂ ਜਦੋਂ ਸ਼ਬਦ ਦੇ ਤੀਰ ਲੱਗੇ ਤਾਂ ਉਦੋਂ ਉਹਨਾਂ ਨੇ ਹਕੂਮਤ ਨੂੰ ਢਹਿ ਢੇਰੀ ਕਰ ਦਿੱਤਾ, ਉਸ ਹਕੂਮਤ ਦੇ ਬਾਦਸ਼ਾਹ ਨੂੰ ਢਹਿ ਢੇਰੀ ਕਰ ਦਿੱਤਾ, ਉਸ ਹਕੂਮਤ ਦਾ ਨਾਸ਼ ਕਰ ਦਿੱਤਾ। ਸੋ ਇਹ ਕਲਮ ਦੀ ਤਾਕਤ ਸੀ। ਤੇ ਇੱਥੇ ਜੋ ਅੱਜ ਕੱਲ੍ਹ ਵੀ ਜ਼ਿਆਦਾਤਰ ਕਵੀ ਜਨ ਨੇ ਜਾਂ ਇਤਿਹਾਸਕਾਰ ਨੇ ਉਹ ਇਸ ਅਸਥਾਨ ਤੇ ਕਲਮ ਦੀ ਤਾਕਤ ਲੈਣ ਲਈ ਇਸ ਅਸਥਾਨ ਤੇ ਆ ਕੇ ਅਰਦਾਸਾਂ ਬੇਨਤੀਆਂ ਕਰਦੇ ਨੇ ਕਿ ਪਾਤਸ਼ਾਹ ਜੀ ਸਾਨੂੰ ਵੀ ਉਸ ਕਲਮ ਦੀ ਤਾਕਤ ਦਿਓ ਜਿਸ ਕਲਮ ਦੀ ਤਾਕਤ ਦੇ ਨਾਲ ਤੁਸੀਂ ਹਕੂਮਤ ਨੂੰ ਚੈਲੰਜ ਕੀਤਾ, ਉਸ ਹਕੂਮਤ ਨੂੰ ਚੈਲੰਜ ਕੀਤਾ ਜੋ ਤਾਨਾਸ਼ਾਹ ਹਕੂਮਤ ਸੀ। ਕਿਉਂਕਿ ਅੱਜ ਕੱਲ੍ਹ ਤਾਂ ਲੋਕਤੰਤਰ ਦਾ ਰਾਜ ਹੈ, ਉਸ ਸਮੇਂ ਤਾਨਾਸ਼ਾਹ ਹਕੂਮਤ ਸੀ ਜੋ ਕਿਸੇ ਦੀ ਨਹੀਂ ਮੰਨਦੀ ਸੀ। ਜੇਕਰ ਦੇਖਿਆ ਜਾਵੇ ਤਾਂ ਉਦੋਂ ਜਿਹੜਾ ਹੁਕਮ ਹੁੰਦਾ ਸੀ ਉਹੀ ਸੱਤ ਹੁੰਦਾ ਸੀ। ਤੇ ਪਾਤਸ਼ਾਹ ਜੀ ਨੇ ਉਸ ਸਮੇਂ ਦੇ ਵਿੱਚ ਹਕੂਮਤ ਨੂੰ ਚੈਲੰਜ ਕੀਤਾ। ਤੇ ਅੱਜ ਕੱਲ੍ਹ ਵੱਡੇ ਵੱਡੇ ਕਵੀ ਜਨ ਇਸ ਸਥਾਨ ਤੇ ਆ ਕੇ ਪਾਤਸ਼ਾਹ ਜੀ ਕੋਲ ਅਰਦਾਸ ਬੇਨਤੀਆਂ ਕਰਦੇ ਨੇ, ਕਲਮ ਦੀ ਤਾਕਤ ਮੰਗਦੇ ਨੇ ਕਿ ਪਾਤਸ਼ਾਹ ਜੀ ਸਾਨੂੰ ਵੀ ਤੁਸੀਂ ਆਪਣੇ ਵਰਗੀ ਕਲਮ ਦੀ ਤਾਕਤ ਦਿਓ ਤਾਂ ਜੋ ਅਸੀਂ ਵੀ ਸੱਚ ਨੂੰ ਬਿਆਨ ਕਰ ਸਕੀਏ, ਸੱਚ ਨੂੰ ਲਿਖ ਸਕੀਏ। ਤਾਂ ਇਹ ਵੀ ਗੱਲ ਕਹੀ ਜਾਂਦੀ ਜਫਰਨਾਮਾ ਪੜ੍ਹਨ ਤੋਂ ਬਾਅਦ ਔਰੰਗਜ਼ੇਬ ਆਪਣੇ ਆਪ ਨੂੰ ਤੁਸੀਂ ਦੱਸਿਆ ਵੀ ਹਾਰਿਆ ਮਹਿਸੂਸ ਕਰਦਾ। ਤੇ ਇਹ ਵੀ ਗੱਲ ਕਹੀ ਜਾਂਦੀ ਹੈ ਵੀ ਮੇਰੇ ਸਮਾਧ ਤੇ ਕੋਈ ਪੇੜ ਨਾ ਲਾਈਓ। ਵੀ ਅੱਜ ਵੀ ਦੇਖਦੇ ਆ ਤਾਂ ਔਰੰਗਜ਼ੇਬ ਦੀ ਸਮਾਧ ਜਿਹੜੀ ਆ ਉੱਥੇ ਕੋਈ ਨਹੀਂ ਜਾਂਦਾ, ਉੱਥੇ ਦੀਵਾ ਬਾਲਣ ਵਾਲਾ ਕੋਈ ਨਹੀਂ ਹੈ। ਹਾਂਜੀ। ਤੇ ਦੂਜੇ ਪਾਸੇ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਆ ਤਾਂ
ਉਹ ਤਾਂ ਸਭ ਨੂੰ ਪਤਾ ਹੀ ਆ ਵੀ ਜਿਹੜੀ ਸਰਹੰਦ ਦੀ ਦੀਵਾਰਾਂ ਨੇ ਉੱਥੇ ਹਰ ਸਾਲ ਲੋਕੀ ਆਉਂਦੇ ਨੇ, ਉੱਥੇ ਹਰ ਸਾਲ ਲੋਕੀ ਮੱਥਾ ਟੇਕਦੇ ਨੇ। ਤੇ ਇਹ ਪੜਨ ਤੋਂ, ਜਫਰਨਾਮਾ ਪੜਨ ਤੋਂ ਬਾਅਦ ਹੀ ਉਸਨੇ ਕਹਿ ਦਿੱਤਾ ਸੀ, ਇੱਥੇ ਤੱਕ ਕਿਹਾ ਗਿਆ ਵੀ ਉਸਦੇ ਬੱਚਿਆਂ ਨੇ ਤੱਕ ਮਿੱਟੀ ਨਹੀਂ ਪਾਈ ਸੀਗੀ ਹਾਂਜੀ, ਕਬਰ ਤੇ। ਕਿਉਂਕਿ ਔਰੰਗਜ਼ੇਬ ਨੂੰ ਇਹ ਅਹਿਸਾਸ ਹੋਇਆ ਸੀ ਕਿ ਮੈਂ ਬਹੁਤ ਵੱਡੀਆਂ ਗਲਤੀਆਂ ਕੀਤੀਆਂ, ਬਹੁਤ ਜ਼ਿਆਦਾ ਜ਼ੁਲਮ ਕੀਤਾ, ਕਿਉਂਕਿ ਉਦੋਂ ਔਰੰਗਜ਼ੇਬ ਹਕੂਮਤ ਦੇ ਨਸ਼ੇ ਵਿੱਚ ਸੀ, ਤਾਂ ਕਰਕੇ ਉਸ ਨੂੰ ਉਹਨਾਂ ਗਲਤੀਆਂ ਦਾ ਅਹਿਸਾਸ ਨਹੀਂ ਸੀ। ਪਰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਖੱਤ ਲਿਖਿਆ ਤੇ ਉਸ ਨੂੰ ਦੱਸਿਆ ਕਿ ਅਸਲ ਵਿੱਚ ਬਾਦਸ਼ਾਹ ਇਹ ਨਹੀਂ ਜੋ ਆਪਣੀ ਹਕੂਮਤ ਤੇ ਜ਼ੁਲਮ ਕਰੇ, ਅਸਲ ਵਿੱਚ ਬਾਦਸ਼ਾਹ ਉਹ ਹੈ ਜੋ ਆਪਣੀ ਹਕੂਮਤ ਨੂੰ ਸਾਂਭੇ, ਜੋ ਆਪਣੀ ਹਕੂਮਤ ਦੀ ਰਾਖੀ ਕਰੇ। ਪਾਤਸ਼ਾਹ ਜੀ ਨੇ ਇਹ ਗੱਲਾਂ ਬਿਆਨ ਕੀਤੀਆਂ, ਤਾਂ ਹੀ ਔਰੰਗਜ਼ੇਬ ਬਾਦਸ਼ਾਹ ਉਸ ਖੱਤ ਨੂੰ ਪੜ੍ਹ ਕੇ ਉਹਨਾਂ ਦੇ ਮਨ ਵਿੱਚ, ਔਰੰਗਜ਼ੇਬ ਦੇ ਮਨ ਵਿੱਚ ਇਹ ਆਇਆ ਕਿ ਮੈਂ ਬਹੁਤ ਗਲਤ ਕੀਤਾ, ਜਾਂ ਇਹਨਾਂ ਦੇ 4 ਸਾਹਿਬਜ਼ਾਦਿਆਂ ਜਾਂ ਸਿੱਖਾਂ ਉੱਪਰ ਜ਼ੁਲਮ ਢਾਇਆ, ਉਹਨੂੰ ਇਹਨਾਂ ਗਲਤੀਆਂ ਦਾ ਅਹਿਸਾਸ ਹੋਇਆ ਸੀ। ਤਾਂ ਹੀ ਉਸਨੇ ਗੁਰੂ ਸਾਹਿਬ ਜੀ ਨੂੰ ਮਿਲਣ ਦੇ ਲਈ ਅਰਜ਼ੋਈ ਕੀਤੀ ਸੀ, ਅਰਦਾਸ ਕੀਤੀ ਸੀ, ਜਾਂ ਮਿਲਣ ਦੇ ਲਈ ਖੱਤ ਭੇਜਿਆ ਸੀ ਪਾਤਸ਼ਾਹ ਜੀ ਨੂੰ। ਤਾਂ ਹੀ ਗੁਰੂ ਪਾਤਸ਼ਾਹ ਜੀ ਨੂੰ ਉਹਨਾਂ ਨੇ ਅਹਿਸਾਸ ਹੋਇਆ ਸੀ, ਕਿਉਂਕਿ ਔਰੰਗਜ਼ੇਬ ਨੂੰ ਉਹ ਖੱਤ ਪੜ੍ਹਨ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕੀ ਫਤਿਹ। ਸੋ ਜਿਵੇਂ ਕਿ ਗੱਲਬਾਤ ਕੀਤੀ ਹੈ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੈਗਾ, ਜਫਰਨਾਮਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਲਿਖਿਆ ਗਿਆ। ਤਾਂ ਅੱਜ ਸ਼ਾਇਦ ਸਾਨੂੰ ਨਹੀਂ ਪਤਾ ਵੀ ਇਹ ਸਥਾਨ ਕਿੱਥੇ ਆ, ਪਰ ਤੁਹਾਨੂੰ ਜ਼ਰੂਰ ਇਸ ਵੀਡੀਓ ਰਾਹੀਂ ਇਹ ਸਾਰੀ ਜਾਣਕਾਰੀ ਮਿਲ ਹੀ ਗਈ ਹੋਵੇਗੀ ਵੀ ਕਿਸ ਤਰੀਕੇ ਨਾਲ ਕਲਮ ਦੀ ਤਾਕਤ ਦੇ ਨਾਲ ਗੁਰੂ ਸਾਹਿਬ ਨੇ, ਉਹ ਰਾਜਾ ਜਿਹੜਾ ਉਸ ਸਮੇਂ ਕਹਿੰਦਾ ਸੀ ਵੀ ਮੈਂ ਸਭ ਤੋਂ ਜ਼ਿਆਦਾ ਬਲਵਾਨ ਹਾਂ, ਮੇਰੇ ਕੋਲ ਜਿਹੜੇ ਮੈਨੂੰ ਕੋਈ ਹਰਾ ਨਹੀਂ ਸਕਦਾ, ਅਤੇ ਜੇ ਉਸ ਸਮੇਂ ਦੀ ਗੱਲ ਕਰਦੇ ਆ ਤਾਂ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਵੀ ਜੇ ਕੋਈ ਸੀ ਤਾਂ ਔਰੰਗਜ਼ੇਬ ਸੀ, ਅਤੇ ਕਿਸ ਤਰੀਕੇ ਨਾਲ ਇੱਕ ਕਲਮ ਦੀ ਤਾਕਤ ਨੇ, ਜਫਰਨਾਮੇ ਨੇ ਉਸ ਨੂੰ ਹਰਾ ਦਿੱਤਾ। ਸੋ ਇਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਕੈਮਰਾ ਪਰਸਨ ਹੈਪੀ ਗਰੇਵਾਲ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।